ਪਹਿਲਾ ਸਵਾਲ ਜਿਹੜਾ ਮਰੀਜ਼ ਮੈਨੂੰ ਪੁੱਛਦਾ ਹੈ ਨਾ ਕਿ ਸਾਨੂੰ ਸਰਾਣਾ ਲੈਣਾ ਕਿਹੋ ਜਿਹਾ ਚਾਹੀਦਾ। ਟੈਕਨੋਲੋਜੀ ਦਾ ਯੁੱਗ ਹੈ ਤੇ ਮੈਂ ਕਹਿੰਦਾ ਕਿ ਟੈਕ ਨੈਕ ਹੋਈ ਹੈ, ਸਾਰਿਆਂ ਦੀ ਗਰਦਨਾਂ ਦੁਖਦੀਆਂ ਨੇ ਤੇ ਉਹ ਬੜਾ ਵੱਡਾ ਮਿਥ ਹੈ। ਕਈ ਕਹਿੰਦੇ ਕਿ ਸਰਾਣਾ ਲੈਣਾ ਹੀ ਨਹੀਂ ਚਾਹੀਦਾ। ਜਿਹੜੇ ਬੰਦੇ ਕਈ ਸਰਾਣੇ ਨਹੀਂ ਲੈਂਦੇ ਉਹਨਾਂ ਦੀ ਕੀ ਆਦਤ ਹੁੰਦੀ ਹੈ, ਉਹ ਬਾਂਹ ਇੱਦਾਂ ਰੱਖ ਲੈਂਦੇ ਨੇ ਜੀ। ਉਹ ਵੀ ਇੱਕ ਸਰਾਣਾ ਹੀ ਹੋ ਗਿਆ, ਉਹ ਤੁਸੀਂ ਆਪਣੀ ਬਾਡੀ ਯੂਜ਼ ਕਰ ਰਹੇ ਹੋ। ਜਿਹੜਾ ਸਰਾਣਾ ਹੈ ਨਾ, ਇਹ ਸਾਡਾ ਦੁੱਖ ਸੁੱਖ ਦਾ ਸਾਥੀ ਹੈ ਤੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਲੋੜ ਪੈਂਦੀ ਹੈ। ਜੇ ਕੋਈ ਬ੍ਰੇਕਅਪ ਹੁੰਦਾ ਹੈ ਤਾਂ ਇੱਕ ਕੁੜੀ ਇੱਕ ਮੁੰਡਾ ਸਰਾਣਾ ਫੜ ਕੇ ਹੀ ਰੋਂਦੇ ਨੇ। ਜਦੋਂ ਗੋਡੇ ਬਦਲਾਏ ਜਾਂਦੇ ਆ ਹਨਾ, ਤਾਂ ਵੀ ਸਰਾਣਾ ਵਿੱਚ ਰੱਖਦੇ ਹਾਂ ਅਸੀਂ, ਜਾਂ ਹਿਪ ਰਿਪਲੇਸਮੈਂਟ ਹੁੰਦੀ ਹੈ ਤਾਂ ਵੀ ਅਸੀਂ ਵਿੱਚ ਸਰਾਣਾ ਰੱਖਦੇ ਹਾਂ ਤਾਂ ਕਿ ਉਹ ਜੁਆਇੰਟ ਤੇ ਸਟ੍ਰੈਸ ਨਾ ਪਵੇ। ਜਾਂ ਇੱਕ ਪ੍ਰੈਗਨੈਂਟ ਲੇਡੀ ਹੈ, ਉਹਦੇ ਬੈਕ ਤੇ ਸਟ੍ਰੈਸ ਨਾ ਪਵੇ ਤਾਂ ਵੀ ਸਾਨੂੰ ਪਿੱਲੋ ਦੀ ਲੋੜ ਪੈਂਦੀ ਹੈ, ਜਿਹੜਾ ਕਿ ਸਪੈਸ਼ਲਾਈਜ਼ਡ ਪਿੱਲੋ ਹੁੰਦਾ। 7000 ਈਸਾ ਪੂਰਵ 'ਚ ਮੈਸੋਪੋਟਾਮੀਅਨ ਸਿਵਿਲਾਈਜੇਸ਼ਨ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ। ਔਰ ਉਦੋਂ ਨਾ ਸਰਾਣੇ ਦਾ ਰੂਪ ਇਹ ਨਹੀਂ ਸੀ ਹੁੰਦਾ ਸੌਫਟ ਕੋਜ਼ੀ, ਇਸ ਤਰ੍ਹਾਂ ਦੇ ਪਿਲੋਜ਼ ਨਹੀਂ ਸੀ ਹੁੰਦੇ। ਉਦੋਂ ਵੁਡਨ ਸਰਾਣੇ ਹੁੰਦੇ ਸੀ। ਫਿਰ ਇਹ ਤੁਰਦਾ ਤੁਰਦਾ ਜਦੋਂ ਜਾਪਾਨ ਵੱਲ ਆਇਆ ਤਾਂ ਉਦੋਂ ਇਸ ਦਾ ਰੂਪ ਹੋਰ ਬਦਲ ਗਿਆ। ਉੱਥੇ ਔਰਤਾਂ ਇਸ ਕਰਕੇ ਇਸ ਨੂੰ ਵਰਤਦੀਆਂ ਸੀ ਵੀ ਉਹਨਾਂ ਦਾ ਜੂੜਾ ਖਰਾਬ ਨਾ ਹੋ ਜਾਏ। ਉਸ ਤੋਂ ਬਾਅਦ ਜਦੋਂ ਇਹ ਗ੍ਰੀਕ ਵੱਲ ਨੂੰ ਇਹਨੇ ਆਪਣੇ ਪੈਰ ਪਸਾਰੇ ਤਾਂ ਇਹ ਰਾਜੇ ਮਹਾਰਾਜਿਆਂ ਦਾ ਸਟੇਟਸ ਸਿੰਬਲ ਬਣ ਗਿਆ। ਅਤੇ ਸਾਡੇ ਤੱਕ ਆਉਂਦੇ ਆਉਂਦੇ ਸਰਾਣੇ ਦੇ ਕਿੰਨੇ ਹੀ ਰੂਪ ਬਦਲ ਗਏ, ਕਿੰਨੇ ਹੀ ਕਿਸਮ ਦੇ ਸਰਾਣੇ ਸਾਡੇ ਕੋਲ ਆ ਜਾ ਗਏ। ਤੁਸੀਂ ਸੋਚ ਰਹੇ ਹੋਵੋਗੇ ਵੀ ਕਿਸ ਤਰ੍ਹਾਂ ਦੀ ਗੁਫ਼ਤਗੂ ਅੱਜ ਅਸੀਂ ਕਰਨ ਜਾ ਰਹੇ ਹਾਂ। ਇੱਕ ਵਾਰ ਫਿਰ ਤੋਂ ਅੱਜ ਸਾਡੇ ਨਾਲ ਸਟੂਡੀਓ 'ਚ ਡਾਕਟਰ ਪੰਕਜਪ੍ਰੀਤ ਮੌਜੂਦ ਨੇ। ਮੈਂ ਕਹਿ ਸਕਦੀ ਹਾਂ ਕਿ ਵਨ ਆਫ ਦ ਬੈਸਟ ਫਿਜ਼ੀਓਥੈਰੇਪਿਸਟ ਨੇ ਔਰ ਇਹਨਾਂ ਦੀ ਨਾ ਸਰਾਣਿਆਂ 'ਤੇ ਅੱਛੀ ਖਾਸੀ ਖੋਜ ਹੈ। ਡਾਕਟਰ ਸਾਹਿਬ, ਪ੍ਰੋਗਰਾਮ ਵਿੱਚ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਅਨਮਿਊਟ ਦੀ ਟੀਮ ਦਾ ਅਤੇ ਤੇਜਿੰਦਰ ਭਾਜੀ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਤਾਂ ਕਿ ਮੈਂ ਸਰਾਣੇ ਵਾਸਤੇ ਅਵੇਅਰ ਕਰ ਸਕਾਂ ਲੋਕਾਂ ਨੂੰ ਕਿ ਇਹ ਕਿਵੇਂ ਕਿਵੇਂ ਯੂਜ਼ ਹੋ ਸਕਦਾ। ਚੰਗਾ ਹੋਇਆ ਤੁਸੀਂ ਇਹ ਨਹੀਂ ਕਹਿਤਾ ਵੀ ਤਾਂ ਕਿ ਮੈਂ ਸਰਾਣੇ ਵੇਚ ਸਕਾਂ। ਤੇ ਕਿਸ ਕਿਸਮ ਦੇ ਪੇਸ਼ੈਂਟਸ ਤੁਹਾਨੂੰ ਮਿਲ ਰਹੇ ਆ ਤੇ ਕਿਸ ਤਰ੍ਹਾਂ ਦੇ ਸਰਾਣੇ ਤੁਸੀਂ ਉਹਨਾਂ ਨੂੰ ਰეკਮੈਂਡ ਕਰਦੇ ਹੋ ਅੱਜ ਕੱਲ੍ਹ? ਦੇਖੋ ਜੀ, ਟੈਕਨੋਲੋਜੀ ਦਾ ਯੁੱਗ ਹੈ ਤੇ ਮੈਂ ਕਹਿੰਦਾ ਕਿ ਟੈਕ ਨੈਕ ਹੋਈ ਹੈ, ਸਾਰਿਆਂ ਦੀ ਗਰਦਨਾਂ ਦੁਖਦੀਆਂ ਨੇ ਜੀ। ਤੇ ਗਰਦਨਾਂ ਦੁਖਦੀਆਂ ਨੇ ਤੇ ਸਭ ਨੂੰ ਪਹਿਲਾ ਸਵਾਲ ਜਿਹੜਾ ਮਰੀਜ਼ ਮੈਨੂੰ ਪੁੱਛਦਾ ਹੈ ਨਾ ਕਿ ਸਾਨੂੰ ਸਰਾਣਾ ਲੈਣਾ ਕਿਹੋ ਜਿਹਾ ਚਾਹੀਦਾ, ਕਿੱਦਾਂ ਦਾ ਸਰਾਣਾ ਹੋਣਾ ਚਾਹੀਦਾ ਜੀ। ਤੇ ਛੋਟਾ ਵੱਡਾ ਹੈ ਨਾ, ਕੋਈ ਕੁਛ ਕਹਿ ਦਿੰਦਾ, ਕੋਈ ਕੁਛ ਕਹਿ ਦਿੰਦਾ ਤੇ ਉਹ ਬੜਾ ਵੱਡਾ ਮਿਥ ਹੈ। ਕਈ ਕਹਿੰਦੇ ਕਿ ਸਰਾਣਾ ਲੈਣਾ ਹੀ ਨਹੀਂ ਚਾਹੀਦਾ। ਬਿਲਕੁਲ। ਤੇ ਉਹ ਪੁਆਇੰਟ ਸਾਨੂੰ ਪਹਿਲੇ ਕਲੀਅਰ ਕਰਾਂਗੇ ਕਿ ਸਰਾਣਾ ਲੈਣਾ ਚਾਹੀਦਾ ਹੈ। ਸਾਡੀ ਨੈਕ ਨੂੰ ਸਪੋਰਟ ਚਾਹੀਦੀ ਹੈ ਜੀ। ਉਹਦਾ ਸਿੰਪਲ ਜਿਹਾ ਫਾਰਮੂਲਾ ਇਹ ਹੈ ਕਿ ਜਦੋਂ ਆਪਾਂ ਸਾਈਡ ਤੇ ਸੌਂਦੇ ਹਾਂ ਤੇ ਕੰਨ ਤੇ ਜਿਹੜਾ ਮੋਢੇ ਦਾ ਫਾਸਲਾ ਹੈ, ਇਹ ਸਪੋਰਟ ਆਪਾਂ ਪਿੱਲੋ ਜਾਂ ਸਰਾਣੇ ਥਰੂ ਲੈਂਦੇ ਆ। ਤੇ ਜਿਹੜੇ ਬੰਦੇ ਕਈ ਸਰਾਣੇ ਨਹੀਂ ਲੈਂਦੇ ਉਹਨਾਂ ਦੀ ਕੀ ਆਦਤ ਹੁੰਦੀ ਹੈ, ਉਹ ਬਾਂਹ ਇੱਦਾਂ ਰੱਖ ਲੈਂਦੇ ਨੇ ਜੀ। ਉਹ ਵੀ ਇੱਕ ਸਰਾਣਾ ਹੀ ਹੋ ਗਿਆ, ਉਹ ਤੁਸੀਂ ਆਪਣੀ ਬਾਡੀ ਯੂਜ਼ ਕਰ ਰਹੇ ਹੋ। ਸੋ ਵੀ ਨੀਡ ਪਿੱਲੋ, ਸਾਨੂੰ ਸਰਾਣਾ ਚਾਹੀਦਾ। ਜੇ ਤੁਸੀਂ ਸਰਾਣਾ ਨਹੀਂ ਲੈਂਦੇ ਤਾਂ ਤੁਹਾਡੀ ਗਰਦਨ ਗਿਰਦੀ ਹੈ ਤੇ ਜਦੋਂ ਗਿਰਦੀ ਹੈ ਤਾਂ ਇੱਥੇ ਸਟ੍ਰੈਸ ਪੈਂਦਾ, ਸਟ੍ਰੇਨ ਹੁੰਦਾ, ਉਹ ਫਿਰ ਤੁਹਾਡੀ ਸਵੇਰੇ ਗਰਦਨ ਦੁਖਦੀ ਹੈ। ਸੋ ਜਦੋਂ ਤੁਸੀਂ ਪਾਸੇ ਤੇ ਪੈਣਾ ਹੈ ਤੇ ਕੰਨ ਤੇ ਮੋਢੇ ਦਾ ਫਾਸਲਾ ਉਹ ਪਿੱਲੋ ਨੇ ਕਵਰ ਕਰਨਾ ਹੈ। ਤੇ ਜਦੋਂ ਤੁਸੀਂ ਸਿੱਧੇ ਪੈਣਾ ਹੈ ਤਾਂ ਤੁਹਾਡੀ ਜਿਹੜੀ ਨੈਕ ਹੈ ਉਹਨੂੰ ਵੀ ਸਪੋਰਟ ਚਾਹੀਦੀ ਹੈ, ਕਿਉਂਕਿ ਜਿਹੜੀ ਆਪਣੀ ਸਪਾਈਨ ਹੈ ਨਾ, ਉਹ ਬਿਲਕੁਲ ਸਟ੍ਰੇਟ ਬੈਂਬੂ ਲਾਈਕ ਨਹੀਂ ਹੈ, ਉਹ ਐਸ ਸ਼ੇਪ ਹੈ। ਤੇ ਜੇ ਉਹ ਐਸ ਸ਼ੇਪ ਹੈ ਤੇ ਉਹ ਜਿਹੜਾ ਐਸ ਵਾਲਾ ਪਾਸਾ ਹੈ ਉਹਨੂੰ ਸਪੋਰਟ ਵਾਸਤੇ ਪਿੱਲੋ ਚਾਹੀਦਾ। ਬਿਲਕੁਲ, ਮੈਨੂੰ ਲੱਗਦਾ ਵੀ ਇਹੀ ਰੀਜ਼ਨ ਰਿਹਾ ਹੋਏਗਾ ਵੀ ਜਿਵੇਂ ਜਿਹੜੇ ਛੋਟੇ ਬੱਚੇ ਨੇ, ਇਨਫੈਂਟਸ ਨੇ, ਉਹਨਾਂ ਦੀ ਗਰਦਨ ਜਦੋਂ ਤੱਕ ਖੜਨ ਨਹੀਂ ਲੱਗਦੀ ਤੇ ਉਦੋਂ ਅਸੀਂ ਜਦੋਂ ਬੱਚੇ ਨੂੰ ਚੱਕਦੇ ਵੀ ਹਾਂ ਤਾਂ ਪਿੱਛੇ ਹੱਥ ਜ਼ਰੂਰ ਦਿੰਦੇ ਆ ਵੀ ਸਪੋਰਟ। ਔਰ ਜਦੋਂ ਬੱਚੇ ਨੂੰ ਲਟਾਈਦਾ ਹੈ ਤਾਂ ਉਹਨਾਂ ਵਾਸਤੇ ਡਿਫਰੈਂਟ ਕਿਸਮ ਦੇ ਸਰਾਣੇ ਪਹਿਲਾਂ ਵੀ ਯੂਜ਼ ਕਰਦੇ ਸੀ, ਹੁਣ ਵੀ ਮਾਰਕੀਟ 'ਚ ਆ ਗਏ। ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ ਮੈਮ। ਜਿਹੜਾ ਸਰਾਣਾ ਹੈ ਨਾ, ਇਹ ਸਾਡਾ ਦੁੱਖ ਸੁੱਖ ਦਾ ਸਾਥੀ ਹੈ ਤੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਲੋੜ ਪੈਂਦੀ ਹੈ। ਠੀਕ ਹੈ। ਹੁਣ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਹਦੀ ਜਿਹੜੀ ਸਕਲ ਹੈ, ਜਿਹੜੀ ਸਿਰ ਦੀ ਹੱਡੀਆਂ ਨੇ, ਇਹ ਬੜੀਆਂ ਨਰਮ ਹੁੰਦੀਆਂ ਨੇ ਤੇ ਨੀਚੇ ਨਾ ਵੱਜੇ ਹੈ ਨਾ, ਤੇ ਉਹਨੂੰ ਬਚਾਉਣ ਵਾਸਤੇ ਵੀ ਸਰਾਣਾ ਯੂਜ਼ ਹੁੰਦਾ ਐਜ਼ ਅ ਪ੍ਰੋਟੈਕਸ਼ਨ। ਇਹਨੂੰ ਸ਼ੇਪ ਦੇਣ ਵਾਸਤੇ ਵੀ ਉਹ ਯੂ ਸ਼ੇਪ ਸਰਾਣਾ ਯੂਜ਼ ਕਰਦੇ ਆ ਤਾਂ ਕਿ ਉਹ ਫਲੈਟ ਜਾਂ ਨਾ ਹੋ ਜੇ। ਸੋ ਇਹਦਾ ਬੜਾ ਵੱਡਾ ਰੋਲ ਹੈ। ਸੋ ਇਹ ਤਾਂ ਹੋ ਗਿਆ ਜਨਮ ਲੈਂਦੇ ਹੀ। ਤੇ ਤੁਸੀਂ ਕਦੀ ਧਿਆਨ ਦਿੱਤਾ ਹੋਵੇ, ਵਾਹਿਗੁਰੂ ਸਾਰਿਆਂ ਦੀ ਉਮਰ ਲੰਬੀ ਕਰੇ, ਤੇ ਜਦੋਂ ਬੰਦਾ ਜਾਂਦਾ ਹੈ ਤੇ ਜਦੋਂ ਉਹਨੂੰ ਲਟਾਉਂਦੇ ਆ ਤਾਂ ਵੀ ਉਹਦੀ ਗਰਦਨ ਨੂੰ ਸਪੋਰਟ ਦਿੰਦੇ ਆ, ਥੱਲੇ ਲੱਕੜ ਰੱਖ ਦਿੰਦੇ ਨੇ ਜੀ।
ਤੁਸੀਂ ਜਨਮ ਤੋਂ ਸਿੱਧਾ ਮਰਨ ਵੱਲ ਨੂੰ ਲੈ ਗਏ, ਤੇ ਜਦੋਂ ਜਿਹੜਾ ਆਸ਼ਕੀ ਦਾ ਜ਼ਮਾਨਾ ਹੁੰਦਾ ਹੈ ਜਾਂ ਜਿਹੜੀ ਦੂਜੀ ਯੁਵਾ ਅਵਸਥਾ ਹੁੰਦੀ ਹੈ, ਉਹਦੇ ਸਰਾਣਾ ਕਿਵੇਂ ਕੰਮ ਆਉਂਦਾ? ਬਿਲਕੁਲ, ਜਦੋਂ ਇੱਕ ਜੇ ਕੋਈ ਬ੍ਰੇਕਅਪ ਹੁੰਦਾ ਹੈ ਤਾਂ ਇੱਕ ਕੁੜੀ ਇੱਕ ਮੁੰਡਾ ਸਰਾਣਾ ਫੜ ਕੇ ਹੀ ਰੋਂਦੇ ਨੇ, ਠੀਕ ਹੈ। ਸੋ ਸਰਾਣਾ ਹਰ ਥਾਂ ਤੇ ਮੈਂ ਕਹਿ ਰਿਹਾ ਕਿ ਦੁੱਖ ਸੁੱਖ ਦਾ ਸਾਥੀ ਹੈ। ਬਜ਼ੁਰਗ ਪਣੇ 'ਚ ਜਦੋਂ ਗੋਡੇ ਬਦਲਾਏ ਜਾਂਦੇ ਆ ਹਨਾ, ਤਾਂ ਵੀ ਸਰਾਣਾ ਵਿੱਚ ਰੱਖਦੇ ਹਾਂ ਅਸੀਂ, ਜਾਂ ਹਿਪ ਰਿਪਲੇਸਮੈਂਟ ਹੁੰਦੀ ਹੈ ਤਾਂ ਵੀ ਅਸੀਂ ਵਿੱਚ ਸਰਾਣਾ ਰੱਖਦੇ ਹਾਂ ਤਾਂ ਕਿ ਉਹ ਜੁਆਇੰਟ ਤੇ ਸਟ੍ਰੈਸ ਨਾ ਪਵੇ। ਬਿਲਕੁਲ। ਜਾਂ ਇੱਕ ਪ੍ਰੈਗਨੈਂਟ ਲੇਡੀ ਹੈ, ਉਹਦੇ ਬੈਕ ਤੇ ਸਟ੍ਰੈਸ ਨਾ ਪਵੇ ਤਾਂ ਵੀ ਸਾਨੂੰ ਪਿੱਲੋ ਦੀ ਲੋੜ ਪੈਂਦੀ ਹੈ, ਜਿਹੜਾ ਕਿ ਸਪੈਸ਼ਲਾਈਜ਼ਡ ਪਿੱਲੋ ਹੁੰਦਾ। ਸਪੋਰਟਿਵ ਵੀ ਹੈ, ਦੁੱਖ ਦਾ ਸਹਾਰਾ ਵੀ ਹੈ ਤੇ ਸੁੱਖ ਦਾ ਸਹਾਰਾ ਵੀ ਹੈ। ਜੀ ਡਾਕਟਰ ਸਾਹਿਬ, ਜਦੋਂ ਫਿਜ਼ੀਓਥੈਰੇਪੀ ਤੁਹਾਡੇ ਕੋਲ ਲੋਕ ਲੈਣ ਆਉਂਦੇ ਨੇ, ਕਿਸ ਕਿਸਮ ਦੇ ਜ਼ਿਆਦਾ ਸਰਾਣੇ ਜਿਹੜੇ ਉਹ ਤੁਸੀਂ ਰეკਮੈਂਡ ਕਰਦੇ ਹੋ, ਕਿਸ ਕਿਸਮ ਦੇ ਲੈਣੇ ਚਾਹੀਦੇ ਆ ਸਾਨੂੰ ਪਿੱਲੋਜ਼? ਐਕਚੁਅਲੀ ਮੈਮ ਪਹਿਲੇ ਤਾਂ ਇਹ ਡਿਪੈਂਡ ਕਰਦਾ ਕਿ ਪੇਸ਼ੈਂਟ ਦਾ ਪੇਨ ਕਿੱਦਾਂ ਦਾ ਹੈ, ਉਹ ਕੰਪਲੇਂਟ ਕੀ ਕਰ ਰਿਹਾ ਜੀ, ਠੀਕ ਹੈ। ਕਿਸੇ ਥਾਂ ਤੇ ਅਸੀਂ ਟੇਲਰ ਮੇਡ ਪਿੱਲੋ, ਮਤਲਬ ਅਸੀਂ ਉਹਦੀ ਨੈਕ ਦਾ ਐਗਜ਼ੈਕਟ ਸਾਈਜ਼ ਲੈ ਕੇ ਟੇਲਰ ਮੇਡ ਪਿੱਲੋ ਬਣਵਾਈਦਾ। ਕਿਸੇ ਥਾਂ ਤੇ ਮਤਲਬ ਉਹਨੂੰ ਮੈਮਰੀ ਫਾਰਮ ਦੇ ਦੇਈਦਾ, ਕਿਸੇ ਥਾਂ ਤੇ ਉਹਨੂੰ ਥੋੜਾ ਹਾਰਡ ਪਿੱਲੋ ਦੇਣਾ ਪੈਂਦਾ। ਸੋ ਡਿਪੈਂਡ ਕਰਦਾ ਕੰਡੀਸ਼ਨ ਟੂ ਕੰਡੀਸ਼ਨ ਕਿ ਪੇਸ਼ੈਂਟ ਕੰਪਲੇਂਟ ਕੀ ਕਰ ਰਿਹਾ, ਉਸ ਹਿਸਾਬ ਨਾਲ ਸਾਨੂੰ ਥੋੜਾ ਪਿੱਲੋ ਦਾ ਧਿਆਨ ਰੱਖਣਾ ਪੈਂਦਾ ਜੀ। ਤੁਹਾਡੇ ਅਕੋਰਡਿੰਗਲੀ ਇਹ ਕਾਫੀ ਸਾਰੇ ਮਰਜ਼ ਦੀ ਦਵਾ ਵੀ ਹੈ ਜਾਂ ਇਹ ਹੈਲਪ ਕਰਦਾ ਹੈ ਸਿਰਫ? ਇਟਸ ਪ੍ਰੀਵੈਂਟਿਵ, ਇਟਸ ਸਪੋਰਟਿਵ ਜੀ, ਠੀਕ ਹੈ। ਹੁਣ ਇੱਕ ਛੋਟੀ ਜਿਹੀ ਕੰਡੀਸ਼ਨ ਹੈ, ਜਿਵੇਂ ਰਾਤੀ ਸੌਣ ਲੱਗੇ ਕਿਸੇ ਨੂੰ ਐਸਿਡ ਰਿਫਲਕਸ ਹੁੰਦਾ ਜੀ, ਹੈ ਨਾ, ਤਾਂ ਕਹਿੰਦੇ ਨੇ ਕਿ ਤੇਜ਼ਾਬ ਜਿਹੜਾ ਬੜਾ ਭਾਰਾ ਬੰਦਾ ਜੇ ਉਹ ਸਿੱਧਾ ਪੈ ਜੇ ਤਾਂ ਉਹਦੇ ਆਪਣੇ ਆਰਗਨਸ ਦੇ ਪ੍ਰੈਸ਼ਰ ਨਾਲ ਉਹ ਐਸਿਡ ਰਿਫਲਕਸ ਹੁੰਦਾ। ਫਿਰ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਥੋੜਾ ਜਿਹਾ ਸਲਾਂਟਿੰਗ ਸੋਵੋ, ਤੇ ਉਹਦੇ ਵਾਸਤੇ ਉਹ ਪਿੱਠ ਤੋਂ ਲੈ ਕੇ ਗਰਦਨ ਤੱਕ ਸਹਾਰਾ ਦੇਈਦਾ ਅਸੀਂ, ਤਾਂ ਕਿ ਉਹ ਐਸਿਡ ਰਿਫਲਕਸ ਨਾ ਹੋਵੇ। ਹੁਣ ਇਹ ਪ੍ਰੀਵੈਂਟਿਵ ਇੱਦਾਂ ਹੈ ਕਿ ਇਹਦੇ 'ਚ ਅਗਰ ਰਿਫਲਕਸ ਨਹੀਂ ਹੋਊਗਾ ਤਾਂ ਉਹਦੀ ਜਿਹੜੀ ਫੂਡ ਪਾਈਪ ਹੈ ਉਹਦੇ 'ਚ ਅਲਸਰ ਨਹੀਂ ਹੋਣਗੇ ਜੀ, ਠੀਕ ਹੈ। ਸਪੋਰਟਿਵ ਇਹ ਹੈ ਕਿ ਉਹਨੂੰ ਐਪਨੀਆ ਨਹੀਂ ਹੋਊਗਾ, ਉਹਨੂੰ ਰਾਤੀ ਨੀਂਦ ਨਹੀਂ ਖੁੱਲੂਗੀ। ਅਗਰ ਨੀਂਦ ਚੰਗੀ ਲਊਗਾ ਤੇ ਹੋਰ ਕਈ ਕੰਪਲਿਕੇਸ਼ਨਸ ਤੋਂ ਬਚ ਸਕਦਾ। ਅਗਰ ਬੰਦੇ ਨੂੰ ਨੀਂਦ ਠੀਕ ਆ ਰਹੀ ਹੈ ਤਾਂ ਉਹਨੂੰ ਹਾਰਟ ਅਟੈਕ, ਸਟ੍ਰੋਕ, ਇੱਦਾਂ ਦੀਆਂ ਕਈ ਚੀਜ਼ਾਂ ਤੋਂ ਉਹ ਬਚ ਸਕਦਾ। ਸੋ ਇਹ ਪ੍ਰੀਵੈਂਟਿਵ ਵੀ ਹੈ, ਸਪੋਰਟਿਵ ਵੀ ਹੈ, ਪਰ ਇਲਾਜ ਜਿਹੜਾ ਹੈਗਾ ਉਹ ਸਹੀ ਲਾਈਫ ਸਟਾਈਲ ਹੈ, ਉਹ ਤੁਹਾਡਾ ਖਾਣਾ ਪੀਣਾ ਹੈ। ਉਹ ਅਗਰ ਕਹਿੰਦੇ ਨੇ ਕਿ ਅਗਰ ਚੰਗਾ ਫੂਡ ਹੈ ਤਾਂ ਉਹੀ ਤੁਹਾਡੀ ਮੈਡੀਸਨ ਹੈ। ਡਾਕਟਰ ਸਾਹਿਬ, ਸਰਾਣਾ ਜਿਹੜਾ ਜੋ ਪਿੱਲੋ ਉਹ ਐਗਜ਼ੈਕਟ ਕਿੰਨਾ ਕੁ ਹੋਣਾ ਚਾਹੀਦਾ? ਜੇ ਬਹੁਤ ਜ਼ਿਆਦਾ ਉੱਚਾ ਵੀ ਹੋਵੇ ਫਿਰ ਵੀ ਸਾਡੀ ਗਰਦਨ, ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਆਪਾਂ ਤਕਲੀਫ ਮੰਨਦੇ ਹਾਂ, ਤੇ ਕਿਵੇਂ ਦਾ ਐਗਜ਼ੈਕਟ ਸਾਈਜ਼ ਉਹਦਾ ਕੀ ਹੋਣਾ ਚਾਹੀਦਾ? ਐਕਚੁਅਲੀ ਜੇ ਸਰਾਣਾ ਬਹੁਤ ਵੱਡਾ ਹੋਵੇ, ਮੋਟਾ ਹੋਵੇ, ਤਾਂ ਤੁਹਾਡੀ ਗਰਦਨ ਹੈ ਅੱਗੇ ਨੂੰ ਸਟ੍ਰੈਸ ਰਹਿੰਦੀ ਹੈ, ਠੀਕ ਹੈ। ਤੇ ਜੇ ਸਾਈਡ ਤੇ ਲੈਂਦੇ ਹੋ, ਮੰਨ ਲਓ ਇੱਧਰ ਸਰਾਣਾ ਲਿੱਤਾ ਤਾਂ ਗਰਦਨ ਇੱਧਰ ਨੂੰ ਸਟ੍ਰੈਸ ਰਹਿੰਦੀ ਹੈ। ਆਪਣੀ ਗਰਦਨ ਸੈਂਟਰ 'ਚ ਰਹਿਣੀ ਚਾਹੀਦੀ ਹੈ ਜੇ ਸਾਈਡ ਤੇ ਸੌਂਦੇ ਆ, ਤੇ ਜੇ ਸਿੱਧੇ ਸੌਂਦੇ ਆ ਤਾਂ ਉਹ ਐਵੇਂ ਅੱਗੇ ਨੂੰ ਨਹੀਂ ਹੋਣੀ ਚਾਹੀਦੀ। ਦੂਜਾ, ਕਈਆਂ ਨੂੰ ਨਾ ਆਦਤ ਹੁੰਦੀ ਹੈ ਟੀਵੀ ਦੇਖਣ, ਬੈਡਰੂਮ 'ਚ ਟੀਵੀ ਹੁੰਦਾ ਤੇ ਉਹ ਨਾ ਤੌਲੀਆ ਜਿਹਾ ਜਾਂ ਚੱਦਰ ਜੀ ਰੋਲ ਕਰਕੇ ਪਿੱਛੇ ਗਰਦਨ ਦੇ, ਜਾਂ ਸਰਾਣੇ ਨੂੰ ਵੀ ਫੋਲਡ ਕਰਕੇ ਪਿੱਛੇ ਗਰਦਨ ਦੇ ਫਸਾ ਲੈਂਦੇ। ਬਿਲਕੁਲ, ਉਹ ਬੜਾ ਗਲਤ ਪੋਸਚਰ ਹੈ। ਉਹਦੇ ਨਾਲ ਤੁਹਾਡੀ ਨੈਕ ਦੇ ਜਿਹੜੇ ਲਿਗਾਮੈਂਟਸ ਨੇ ਉਹਨਾਂ ਤੇ ਸਟ੍ਰੈਸ ਪੈਂਦਾ ਤੇ ਉਹ ਲੈਕਸ ਹੋ ਜਾਂਦੇ ਨੇ। ਉਹ ਲੈਕਸ ਹੋ ਜਾਂਦੇ ਆ ਤੇ ਤੁਹਾਡੀ ਜਿਹੜੀ ਸਪਾਈਨ ਆ ਉਹਦੀ ਸਟੇਬਿਲਿਟੀ ਚਲੀ ਜਾਂਦੀ ਹੈ ਜੀ। ਸੋ ਇਹ ਚੀਜ਼ ਨਹੀਂ ਕਰਨੀ ਚਾਹੀਦੀ ਆਪਾਂ ਨੂੰ। ਪ੍ਰੈਗਨੈਂਟ ਲੇਡੀਜ਼ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਡਿਊਰਿੰਗ ਦਾ ਪ੍ਰੈਗਨੈਂਸੀ ਪੀਰੀਅਡ ਡਾਕਟਰਸ ਅਕਸਰ ਰეკਮੈਂਡ ਕਰਦੇ ਆ ਵੀ ਤੁਸੀਂ ਪੈਰਾਂ ਥੱਲੇ ਸਰਾਣਾ ਜ਼ਰੂਰ ਰੱਖ ਕੇ ਸੌਣਾ। ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ। ਪ੍ਰੈਗਨੈਂਟ ਲੇਡੀ 'ਚ ਕੁਝ ਹਾਰਮੋਨ ਰਿਲੀਜ਼ ਹੁੰਦੇ ਨੇ ਜਿਹੜੇ ਕਿ ਲਿਗਾਮੈਂਟਸ ਨੂੰ ਲੈਕਸ ਕਰਦੇ ਨੇ ਜੀ, ਉਹਦੇ ਨਾਲ ਥੋੜੀ ਸਟੇਬਿਲਿਟੀ ਹੈਂਪਰ ਹੋ ਜਾਂਦੀ ਹੈ। ਬਾਈ ਨੇਚਰ ਉਹ ਹਾਰਮੋਨ ਰਿਲੀਜ਼ ਹੋਣੇ ਨੇ, ਉਹਦਾ ਪਰਪਸ ਹੈ ਕਿਉਂਕਿ ਉਸ ਲੇਡੀ ਨੇ ਉਹ ਇੱਕ ਬੱਚੇ ਨੂੰ ਜਨਮ ਦੇਣਾ, ਤੇ ਜਨਮ ਦੇਣ ਵਾਸਤੇ ਉਹ ਜਿਹੜਾ ਪ੍ਰੋਸੈਸ ਹੈ ਉਹਦੇ ਵਿੱਚੋਂ ਨਿਕਲਣ ਵਾਸਤੇ ਉਹ ਲਿਗਾਮੈਂਟ ਲੈਕਸ ਹੀ ਚਾਹੀਦੇ ਨੇ। ਜੇ ਉਹ ਲੈਕਸ ਨਹੀਂ ਹੋਣਗੇ ਤਾਂ ਪੇਨ ਬਹੁਤ ਹੋਊਗੀ ਤੇ ਸੀ ਸੈਕਸ਼ਨ ਜਾਣਾ ਪੈਣਾ ਜੀ। ਸੋ ਅਗਰ ਨਾਰਮਲ ਡਿਲੀਵਰੀ ਕਰਨੀ ਹੈ ਤੇ ਵੀ ਨੀਡ ਏ ਲੈਕਸ ਲਿਗਾਮੈਂਟਸ, ਢਿੱਲੇ ਲਿਗਾਮੈਂਟਸ ਚਾਹੀਦੇ ਨੇ, ਜਿਹੜਾ ਕਿ ਬਾਈ ਨੇਚਰ ਉਹ ਹਾਰਮੋਨ ਕਰ ਦਿੰਦਾ। ਹੁਣ ਹੁੰਦਾ ਕੀ ਹੈ ਕਿ ਉਹ ਲਿਗਾਮੈਂਟ ਲੈਕਸ ਹੋ ਗਏ ਤੇ ਜੁਆਇੰਟ ਸਟੇਬਿਲਿਟੀ ਹੈਂਪਰ ਹੋ ਜਾਂਦੀ ਹੈ ਉਹਨਾਂ ਦਿਨਾਂ 'ਚ। ਸੋ ਵੀ ਨੀਡ ਏ ਸਪੋਰਟ ਕਿ ਉਹ ਜੁਆਇੰਟ ਸਟੇਬਿਲਿਟੀ ਕਰਕੇ ਇਨਸਟੇਬਲ ਹੋ ਗਏ ਜਿਹੜੇ, ਉਹਦੇ ਕਰਕੇ ਪੇਨ ਨਾ ਆਵੇ। ਸੋ ਬੜੇ ਵੱਡੇ ਸਰਾਣੇ ਆਉਂਦੇ, ਸੌਣ ਲੱਗੇ ਤੁਸੀਂ ਲੈਗਸ ਤੇ ਬੈਕ ਨੂੰ ਸਪੋਰਟ ਦੇ ਸਕਦੇ ਹੋ। ਸਪੈਸ਼ਲ ਸਰਾਣੇ ਆਉਂਦੇ ਨੇ, ਅਗਰ ਤੁਸੀਂ, ਮੈਂ ਤੁਹਾਨੂੰ ਪਿਕਚਰ ਪ੍ਰੋਵਾਈਡ ਕਰ ਦਾਂਗਾ, ਤੁਸੀਂ ਸ਼ੋਅ ਦੌਰਾਨ ਉਹ ਤੁਸੀਂ ਸ਼ੋਅ ਕਰ ਦਿਓ ਤੇ ਉਹ ਇੱਕ ਫੀਮੇਲ ਸਮਝ ਸਕੇਗੀ ਕਿ ਕਿੱਦਾਂ ਦੇ ਪਿੱਲੋ ਨੂੰ ਲੈਣਾ ਚਾਹੀਦਾ ਹੈ ਡਿਊਰਿੰਗ ਦੋਜ਼ ਡੇਜ਼ ਜੀ। ਸੋ ਤੁਹਾਡੇ ਕਹਿਣ ਦਾ ਭਾਵ ਇਹ ਹੈ ਵੀ ਜੇਕਰ ਅਸੀਂ ਇੱਦਾਂ ਪਿੱਲੋਜ਼ ਯੂਜ਼ ਕਰਦੇ ਹਾਂ ਤੇ ਸਹੀ ਤਰੀਕੇ ਨਾਲ, ਸਹੀ ਮਾਇਨੇ ਨਾਲ ਯੂਜ਼ ਕਰਦੇ ਹਾਂ ਤਾਂ ਸੀ ਸੈਕਸ਼ਨ ਤੋਂ ਕਿਤੇ ਨਾ ਕਿਤੇ ਬਚਾਅ ਜਿਹੜਾ ਉਹ ਕੀਤਾ ਜਾ ਸਕਦਾ। ਸੀ ਸੈਕਸ਼ਨ ਨਹੀਂ, ਉਹ ਤੁਹਾਨੂੰ
ਪੇਨ ਤੋਂ ਬਚਾ ਸਕਦਾ, ਜਿਹੜਾ ਐਕਸੈਸਿਵ ਪੇਨ ਹੁੰਦਾ ਹੈ, ਜੁਆਇੰਟ ਇਨਸਟੇਬਿਲਿਟੀ ਤੋਂ ਬਚਾ ਸਕਦਾ ਹੈ। ਦੂਜਾ, ਪੈਰਾਂ 'ਚ ਸੋਜਾ ਆ ਜਾਂਦਾ ਹੈ ਹਨਾ, ਜ਼ਿਆਦਾ ਦੇਰ ਪੈਰ ਲਟਕਾ ਕੇ ਰੱਖਦੇ ਆ, ਫੀਮੇਲਸ ਨੂੰ ਬੜੇ ਕਾਮਨ ਹੈ, ਤੇ ਉਹਦੇ 'ਚ ਅਸੀਂ ਫਿਰ ਜਿਹੜਾ ਪੈਰ ਦਾ ਜਿਹੜਾ ਹਿੱਸਾ ਹੈ ਉਹ ਉੱਚਾ ਚੱਕ ਦਿੰਦੇ ਆ। ਸੋ ਲੈਗ ਸਪੋਰਟ ਪਿਲੋਜ਼ ਵੀ ਆਉਂਦੇ ਨੇ ਤਾਂ ਕਿ ਉਹ ਪੈਰਾਂ 'ਚ ਸੋਜਾ ਨਾ ਹੋਵੇ। ਵੈਸੇ ਵੀ ਜਦੋਂ ਵੀ ਕੋਈ ਸਰਜਰੀ ਹੁੰਦੀ ਹੈ ਤਾਂ ਲੈਗ ਸਪੋਰਟ ਪਿਲੋ ਅਸੀਂ ਦੇ ਦਿੱਤੇ ਜਾਂਦੇ ਨੇ ਤਾਂ ਕਿ ਪੈਰਾਂ 'ਤੇ ਸੋਜਾ ਨਾ ਆਵੇ। ਸੋ ਇਹ ਵੀ ਇੱਕ ਪਿੱਲੋ ਦਾ ਸਪੋਰਟਿਵ ਐਂਡ ਪ੍ਰੀਵੈਂਟਿਵ ਹਿੱਸਾ ਹੈਗਾ ਜਿਹੜਾ ਕਿ ਫਰਦਰ ਕੰਪਲਿਕੇਸ਼ਨਸ ਨੂੰ ਰੋਕਦਾ ਹੈ। ਜੀ ਡਾਕਟਰ ਸਾਹਿਬ, ਇੱਕ ਅਰਸੇ ਤੋਂ ਨਾ ਇਹ ਮਿਥ ਹੀ ਬਣਿਆ ਹੋਇਆ, ਜਿਵੇਂ ਆਪਾਂ ਪ੍ਰੋਗਰਾਮ ਦੇ ਸਟਾਰਟਿੰਗ 'ਚ ਵੀ ਗੱਲ ਕੀਤੀ ਵੀ ਜਿਹੜੇ ਪਿੱਲੋਜ਼ ਨੇ ਉਹ ਕਈ ਲੋਕ ਕਹਿੰਦੇ ਨੇ ਵੀ ਅਵੋਇਡ ਹੀ ਕਰੋ ਤਾਂ ਠੀਕ ਹੈ, ਜੇਕਰ ਤੁਹਾਡਾ ਬੀਪੀ ਜ਼ਿਆਦਾ ਵੱਧ ਰਿਹਾ ਤਾਂ ਪਿੱਲੋ ਨਹੀਂ ਲੈਣਾ ਚਾਹੀਦਾ, ਮਤਲਬ ਗਰਦਨ ਉੱਪਰ ਕਰਕੇ ਨਹੀਂ ਸੌਣਾ ਚਾਹੀਦਾ, ਉਹਨਾਂ ਨੂੰ ਇਹ ਲੱਗਦਾ। ਇਹ ਮਿਥ ਹੀ ਹੈ ਜਾਂ ਸੱਚਾਈ ਹੈ? ਦੂਸਰਾ ਇਸ ਦੇ ਨਾਲ ਲੱਗਦਾ ਸਵਾਲ ਇਹ ਕਿ ਕੁਝ ਲੋਕ ਹੀ ਫੋਮ ਦੇ ਪਿੱਲੋ ਲੈਂਦੇ ਆ, ਜਿਹੜੇ ਬਿਲਕੁਲ ਸਪੌਂਜੀ ਕਿਸਮ ਦੇ ਪਿੱਲੋਜ਼ ਹੁੰਦੇ ਆ, ਕਿ ਉਹ ਲੈਣੇ ਠੀਕ ਹੈ ਜਾਂ ਕਾਟਨ ਵਾਲੀ ਜਾਂ ਜਿਹੜੇ ਆਪਾਂ ਨਾਰਮਲ ਪਿੱਲੋਜ਼ ਲੈਂਦੇ ਆ ਉਹ ਜ਼ਿਆਦਾ ਵਧੀਆ ਹੁੰਦੇ ਆ? ਐਕਚੁਅਲੀ ਨਾ ਜੀ, ਪਹਿਲੇ ਆਪਾਂ ਕਾਟਨ ਪਿੱਲੋ ਯੂਜ਼ ਕਰਦੇ ਸੀਗੇ, ਹੁਣ ਰੈਵੋਲੂਸ਼ਨਾਈਜੇਸ਼ਨ ਹੋ ਗਿਆ, ਮੈਮਰੀ ਫੋਮ ਪਿੱਲੋਜ਼ ਆ ਗਏ ਹੈ ਨਾ, ਹੋਰ ਬੜਾ ਮਟੀਰੀਅਲ, ਲੇਟੈਕਸ ਆ ਗਿਆ ਹੈ ਨਾ, ਡਾਊਨ ਫੈਦਰ ਆ ਗਏ, ਬੜਾ ਕੁਛ ਆ ਗਿਆ। ਹੁਣ ਫੈਦਰ ਤਾਂ ਨਹੀਂ ਯੂਜ਼ ਕਰ ਰਹੇ ਕਿਉਂਕਿ ਉਹ ਥੋੜ੍ਹੀ ਦੇਰ ਬਾਅਦ ਉਹ ਸਮੈਲ ਕਰਨ ਲੱਗ ਜਾਂਦੇ ਨੇ, ਪਲੱਸ ਕੁਛ ਕਿ ਜਾਨਵਰਾਂ ਨੂੰ ਆਪਾਂ ਉਹ ਨਹੀਂ ਕਰਨਾ, ਤੇ ਫਿਰ ਸਿੰਥੈਟਿਕ ਮਟੀਰੀਅਲ ਯੂਜ਼ ਹੋਣਾ ਸ਼ੁਰੂ ਹੋ ਗਿਆ। ਮੈਮਰੀ ਫੋਮ ਪਿੱਲੋ ਸਭ ਤੋਂ ਪਹਿਲੇ ਨਾਸਾ ਨੇ ਕੱਢਿਆ ਸੀਗਾ ਜੀ। ਜਿਹੜੀ ਨਾਸਾ ਨੇ ਇਹ ਇਸ ਲਈ ਕੱਢਿਆ ਸੀ ਕਿਉਂਕਿ ਜਦੋਂ ਰਾਕਟ ਲਾਂਚ ਕਰਨਾ ਹੁੰਦਾ ਸੀ, ਜਿਹੜੀ ਗ੍ਰੈਵਿਟੇਸ਼ਨਲ ਫੋਰਸ ਇੱਕ ਸਾਇੰਟਿਸਟ ਤੇ ਪੈਂਦੀ ਸੀ, ਉਹਨੂੰ ਓਵਰਕਮ ਕਰਨ ਵਾਸਤੇ ਮੈਮਰੀ ਫੋਮ ਦੀ ਡਿਸਕਵਰੀ ਹੋਈ ਤਾਂ ਕਿ ਉਹ ਜਿਹੜਾ ਇੰਪੈਕਟ ਆ ਉਹ ਫੋਮ ਤੇ ਆ ਜੇ। ਮੈਮਰੀ ਫੋਮ ਦਾ ਜਿਹੜਾ ਅਗਲਾ ਬੈਨੀਫਿਟ ਇਹ ਹੋਇਆ ਕਿ ਉਹਦਾ ਨਾਮ ਮੈਮਰੀ ਹੈ, ਮਤਲਬ ਤੁਹਾਡੀ ਬਾਡੀ ਦਾ ਕੰਟੂਰ ਹੈ ਨਾ, ਉਹਦੇ ਅਕੋਰਡਿੰਗ ਆਪਣੇ ਆਪ ਨੂੰ ਚੇਂਜ ਕਰ ਲੈਂਦੀ ਹੈ, ਤੇ ਜਦੋਂ ਤੁਸੀਂ ਉੱਠਦੇ ਹੋ ਤੇ ਵਾਪਸ ਉਹ ਆਪਣੀ ਫਾਰਮ 'ਚ ਆ ਜਾਂਦੀ ਹੈ। ਸੋ ਮੈਮਰੀ ਫੋਮ ਪਿੱਲੋ ਇਸ ਤਰ੍ਹਾਂ ਯੂਜ਼ ਹੋਣੇ ਸ਼ੁਰੂ ਹੋਏ। ਹੌਲੀ ਹੌਲੀ ਇਹ ਮੈਮਰੀ ਫੋਮ ਤੁਹਾਡੇ ਮੈਟਰਸਿਸ, ਤੁਹਾਡੇ ਸ਼ੂ ਇਨਸੋਲਸ 'ਚ ਵੀ ਯੂਜ਼ ਹੋਣੇ ਸ਼ੁਰੂ ਹੋ ਗਏ। ਮੈਮਰੀ ਫੋਮ ਜਿਹੜਾ ਪਿੱਲੋ ਹੈ ਉਹਦੀ ਖਾਸੀਅਤ ਇਹ ਹੈ ਕਿ ਜਦੋਂ ਤੁਸੀਂ ਸਿਰ ਰੱਖਦੇ ਹੋ, ਜਦੋਂ ਤੁਸੀਂ ਉਹਦੇ ਸਿਰ ਰੱਖਿਆ ਉਹਨੇ ਉੱਦਾਂ ਦੀ ਸ਼ੇਪ ਲੈ ਲਈ, ਤੇ ਜਦੋਂ ਤੁਸੀਂ ਪਾਸਾ ਲਿਆ ਉਹਨੇ ਦੂਜੇ ਪਾਸੇ ਉਵੇਂ ਸ਼ੇਪ ਲੈ ਲਈ, ਉਹ ਵਾਪਸ ਉਵੇਂ ਆ ਗਿਆ। ਕਿੱਥੇ ਤਾਂ ਇਹ ਪੇਸ਼ੈਂਟ ਨੂੰ ਬੜਾ ਸੂਟ ਕਰਦਾ ਤੇ ਕਿੱਥੇ ਉਹ ਕਈ ਵਾਰ ਕਹਿੰਦਾ ਕਿ ਮੇਰੀ ਸਵੇਰੇ ਸਟਿਫਨੈਸ ਵੱਧ ਗਈ। ਅਗਰ ਉਹਦੀ ਸਟਿਫਨੈਸ ਵੱਧ ਰਹੀ ਹੈ ਉਸ ਮੈਮਰੀ ਫੋਮ ਪਿੱਲੋ 'ਚ ਤਾਂ ਫਿਰ ਉਹਨੂੰ ਨਹੀਂ ਲੈਣਾ ਚਾਹੀਦਾ। ਇਟ ਮੀਨਸ ਤੁਹਾਨੂੰ ਥੋੜਾ ਹਾਰਡ ਪਿੱਲੋ ਚਾਹੀਦਾ। ਅਗਰ ਉਹ ਸਟਿਫਨੈਸ ਨਹੀਂ ਵੱਧ ਰਹੀ ਇਹਦਾ ਮਤਲਬ ਉਹ ਠੀਕ ਹੈ। ਸੋ ਅਗਰ ਤੁਹਾਨੂੰ ਸਵੇਰੇ ਉੱਠਣ ਤੇ ਤੁਹਾਡਾ ਸਿਰ ਭਾਰੀ ਹੈ, ਤੁਹਾਨੂੰ ਨੈਕ 'ਚ ਪੇਨ ਹੈ, ਇਟ ਮੀਨਸ ਤੁਹਾਡੀ ਰਾਤ ਨੀਂਦ ਠੀਕ ਨਹੀਂ ਹੋਈ, ਇਹਦਾ ਕਲਪ੍ਰਿਟ ਤੁਹਾਡਾ ਪਿੱਲੋ ਹੈ। ਬਿਲਕੁਲ ਠੀਕ ਹੈ। ਇਹਦਾ ਮਤਲਬ ਜਿਹੜਾ ਤੁਹਾਨੂੰ ਨੈਕ ਨੂੰ ਸਪੋਰਟ ਚਾਹੀਦਾ ਸੀ ਉਹ ਰਾਤੀ ਸਹੀ ਨਹੀਂ ਮਿਲੀ, ਤੇ ਇਹਦੇ ਵਾਸਤੇ ਤੁਸੀਂ ਇੱਕ ਫਿਜ਼ੀਓਥੈਰੇਪਿਸਟ ਨੂੰ ਕੰਸਲਟ ਕਰ ਸਕਦੇ ਹੋ ਕਿ ਮੈਨੂੰ ਕਿੱਦਾਂ ਦਾ ਪਿੱਲੋ ਲੈਣਾ ਚਾਹੀਦਾ ਤੇ ਕੀ ਐਕਸਰਸਾਈਜ਼ਸ ਕਰਨੀਆਂ ਚਾਹੀਦੀਆਂ ਨੇ। ਬਿਲਕੁਲ। ਜਦੋਂ ਲੋਕ ਵੀ ਤੁਹਾਡੇ ਕੋਲ ਆਉਂਦੇ ਨੇ ਥੈਰੇਪੀ ਵਾਸਤੇ ਤੇ ਉਹ ਅਕਸਰ ਇਹ ਸ਼ਿਕਾਇਤ ਕਰਦੇ ਨੇ ਵੀ ਅਸੀਂ ਕਾਲਰ ਵਾਲਾ ਸ਼ਰਟ ਨਹੀਂ ਪਾ ਸਕਦੇ, ਅਸੀਂ ਚੇਨ ਨਹੀਂ ਗਲੇ 'ਚ ਪਾ ਸਕਦੇ, ਇੱਕ ਧਾਗਾ ਵੀ ਨਹੀਂ ਪਾ ਸਕਦੇ। ਸੋ ਨੈਕ ਸਾਡੇ ਵਾਸਤੇ ਬੜੀ ਇੰਪੋਰਟੈਂਟ ਹੈ ਇਨਡੀਡ। ਸਰਦੀਆਂ 'ਚ ਨਾ ਅਸੀਂ ਓਵਰਕੋਟ ਪਾਉਂਦੇ ਆ ਜਾਂ ਕੁਛ ਹੈ, ਤੇ ਮੇਰੇ ਕੋਲ ਪੇਸ਼ੈਂਟ ਆ ਕੇ ਕਹਿੰਦਾ ਜੀ ਇੱਕ ਟਾਈਮ ਹੁੰਦਾ ਸੀ ਅਸੀਂ ਮਤਲਬ ਪੂਰਾ ਡਰੈਸਅਪ ਹੁੰਦੇ ਸੀ, ਸਾਰਾ ਕੁਛ ਹੈ। ਹੁਣ ਕਹਿੰਦੇ ਕਿ ਸਾਨੂੰ ਪਰਸ ਨਹੀਂ ਚੱਕਿਆ ਜਾਂਦਾ, ਫੀਮੇਲਸ ਆ ਕੇ ਕੰਪਲੇਂਟ ਕਰਦੀਆਂ ਕਿ ਮੇਰੇ ਤੋਂ ਪਰਸ ਨਹੀਂ ਚੱਕਿਆ ਜਾਂਦਾ ਹੈ ਨਾ, ਮੇਰੇ ਕੋਲੋਂ ਉੱਪਰ ਜੇ ਮੈਂ ਕੁਛ ਪਾ ਲਾਂ ਉਹ ਨਹੀਂ ਮੇਰੇ ਤੋਂ ਪੈਂਦਾ, ਮੈਨੂੰ ਸਿਰ ਹੈਵੀ ਲੱਗਦਾ। ਇਟ ਮੀਨਸ ਇਹ ਸਾਰੀਆਂ ਨੈਕ ਦੀਆਂ ਨਿਸ਼ਾਨੀਆਂ ਨੇ। ਤੇ ਨੈਕ ਦਾ ਜਿਹੜਾ ਦਰਦ ਹੈ ਉਹ ਬਾਂਹ 'ਚ ਵੀ ਆਉਂਦਾ, ਸਿਰ ਭਾਰਾ ਰਹਿੰਦਾ, ਅੱਖਾਂ ਭਾਰੀਆਂ ਰਹਿੰਦੀਆਂ ਨੇ, ਚਿੜਚਿੜਾ ਰਹਿੰਦਾ ਬੰਦਾ ਫਿਰ, ਕਿਉਂਕਿ ਉਹ ਡਿਸਕੰਫਰਟ 'ਚ ਹੈ। ਇਨੀਸ਼ੀਅਲੀ ਉਹ ਡਿਸਕੰਫਰਟ 'ਚ ਰਹਿੰਦਾ, ਫਿਰ ਹੌਲੀ ਹੌਲੀ ਉਹ ਪੇਨਫੁਲ ਕੰਡੀਸ਼ਨ 'ਚ ਬਦਲ ਜਾਂਦਾ, ਰਾਤੀ ਸੌ ਨਹੀਂ ਸਕਦਾ, ਨੀਂਦ ਡਿਸਟਰਬ ਹੁੰਦੀ ਹੈ। ਸੋ ਉਹਦੇ 'ਚ ਜੇ ਤੁਹਾਡਾ ਇੱਕ ਪਿੱਲੋ ਬੰਦਾ ਆਪਣੀ ਜ਼ਿੰਦਗੀ 'ਚ 1/3 ਹਿੱਸਾ ਨੀਂਦ 'ਚ ਪੂਰੀ ਕਰਦਾ ਹੈ, ਤੇ ਜੇ ਤੁਹਾਡੀ ਨੀਂਦ ਨਹੀਂ ਸਹੀ ਹੋ ਰਹੀ ਕਿ ਤੁਹਾਡਾ ਪਿੱਲੋ ਸਹੀ ਨਹੀਂ ਹੈ ਤੇ ਤੁਸੀਂ ਬਿਮਾਰੀ 'ਚ ਘਿਰ ਜਾਓਗੇ। ਜੀ ਅੱਛਾ, ਹੁਣ ਆਪਾਂ ਇਸ ਤੋਂ ਅਗਲੀ ਗੱਲ ਕਰੀਏ ਵੀ ਪਿੱਲੋਜ਼ ਦੇ ਵੱਖਰੇ ਵੱਖਰੇ ਕਿਸਮ ਦੇ ਸਟੱਫਸ ਆਉਂਦੇ ਨੇ। ਕਾਟਨ ਪਿੱਲੋ ਹੈ ਜਾਂ ਬੀਨ ਬੈਗ ਹੈ, ਫਿਰ ਰਾਈ ਯੂਜ਼ ਕਰਦੇ ਨੇ ਲੋਕ, ਵਾਟਰ ਬੇਸ ਪਿੱਲੋ ਹੈਗੇ ਨੇ। ਤਾਂ ਕਦੇ ਤੁਸੀਂ ਜਿਹੜਾ ਅੱਜ ਕੱਲ੍ਹ ਨਵਾਂ ਸਿੰਥੈਟਿਕ ਸਟੱਫ ਹੈ ਉਹਨੂੰ ਯੂਜ਼ ਕਰ ਲਿਆ, ਪੋਲੀਐਸਟਰ ਹੋ ਗਿਆ। ਸੋ ਹਾਂਜੀ, ਪੋਲੀਐਸਟਰ। ਸੋ ਡਿਫਰੈਂਟ ਤਰੀਕੇ ਦੇ ਪਿੱਲੋ ਮਾਰਕੀਟ ਵਿੱਚ ਅਵੇਲੇਬਲ ਹੈ, ਤੇ ਕੀ ਕਹੋਗੇ? ਪਿੱਲੋ ਬਹੁਤ ਆ ਗਏ ਜੀ ਮਾਰਕੀਟ 'ਚ। ਜ਼ਿਆਦਾ ਅੱਜ ਕੱਲ੍ਹ ਮੈਂ ਜੋ ਦੇਖ ਰਿਹਾ ਪੋਲੀਐਸਟਰ ਚੱਲ ਰਿਹਾ, ਬਹੁਤ ਸੌਫਟ ਪਿੱਲੋ ਚੱਲ ਰਿਹਾ।
ਇਹ ਅਗੇਨ ਡਿਪੈਂਡ ਕਰਦਾ ਪੇਸ਼ੈਂਟ ਟੂ ਪੇਸ਼ੈਂਟ। ਕਿਸੇ ਨੂੰ ਮੈਮਰੀ ਫਾਰਮ ਕਰ ਰਿਹਾ, ਕਿਸੇ ਨੂੰ ਲੇਟੈਕਸ ਕਰ ਰਿਹਾ, ਕਿਸੇ ਨੂੰ ਬੀਨ ਬੈਗ ਸੂਟ ਕਰ ਰਿਹਾ, ਕਿਸੇ ਨੂੰ ਵਾਟਰ ਵਾਲਾ ਬਹੁਤ। ਵਾਟਰ ਵਾਲੇ 'ਚ ਇਹ ਬੈਨੀਫਿਟ ਹੁੰਦਾ ਹੈ ਕਿ ਤੁਸੀਂ ਉਹਦਾ ਪਾਣੀ ਵਧਾ ਘਟਾ ਕੇ ਨਾ ਆਪਣੇ ਅਕੋਰਡਿੰਗ ਯੂਜ਼ ਕਰ ਸਕਦੇ ਹੋ। ਉਹਨੂੰ ਥੋੜ੍ਹਾ ਹੈਵੀ ਕਰ ਸਕਦੇ ਹੋ, ਉਹਨੂੰ ਥੋੜ੍ਹਾ ਲਾਈਟ ਕਰ ਸਕਦੇ ਹੋ। ਪਰ ਉਹਦਾ ਪ੍ਰੋਬਲਮ ਇਹ ਹੈ ਕਿ ਉਹਦੀ ਲੀਕੇਜ ਹੋ ਜਾਂਦੀ ਹੈ ਥੋੜ੍ਹੀ ਦੇਰ ਬਾਅਦ। ਕਿਤੇ ਉਹ ਪੰਚਰ ਹੋ ਗਿਆ ਜਾਂ ਬੱਚੇ ਨੇ ਕੋਈ ਸ਼ਰਾਰਤ ਕਰਤੀ ਅਤੇ ਉਹ ਤੁਹਾਡੀ ਵਾਟਰ ਦੀ ਲੀਕੇਜ ਹੋ ਜਾਂਦੀ ਹੈ। ਅੱਜ ਉਹਦਾ ਬੈਨੀਫਿਟ ਇਹ ਹੈ ਜੇ ਠੰਡਾ ਪਾਣੀ ਪਾ ਲਓਗੇ ਤਾਂ ਤੁਹਾਡਾ ਜਿਹੜਾ ਦਿਮਾਗ ਗਰਮ ਆ ਉਹ ਠੰਡਾ ਰਹੂਗਾ। ਸੋ ਬੈਨੀਫਿਟ ਵੀ ਹੈ ਅਤੇ ਨੁਕਸਾਨ ਵੀ ਹੈ। ਅੱਛਾ, ਜਿਵੇਂ ਆਪਾਂ ਟ੍ਰੇਨ 'ਚ ਜਾਂਦੇ ਹਾਂ ਅਤੇ ਉਦੋਂ ਆਪਾਂ ਏਅਰ ਬੈਗਸ, ਏਅਰ ਪਿਲੋਜ਼ ਹੈ ਨਾ, ਉਹ ਯੂਜ਼ ਕਰਦੇ ਹਾਂ ਅਤੇ ਉਹ ਵੀ ਕਾਰਗਰ ਨੇ? ਬਿਲਕੁਲ ਕਾਰਗਰ ਨੇ। ਤੁਸੀਂ ਆਪਣੇ ਹਾਈਟ, ਆਪਣੀ ਬਾਡੀ ਦੇ ਅਕੋਰਡਿੰਗ ਉਹਨੂੰ ਉਨਾ ਕੁ ਭਰ ਲਓ ਅਤੇ ਉਹ ਤੁਹਾਡੇ ਯੂਜ਼ਫੁਲ ਹੈ। ਜਾਂ ਯੂ ਸ਼ੇਪ ਆਉਂਦੇ ਆ ਅੱਜ ਕੱਲ੍ਹ। ਤੁਸੀਂ ਅਗਰ ਏਅਰਪੋਰਟ 'ਤੇ ਜਾਓ ਤੁਹਾਨੂੰ ਉੱਥੇ ਲੱਗੇ ਮਿਲਣਗੇ। ਉਹ ਇਸ ਲਈ ਹੈ ਕਿ ਤੁਹਾਡੀ ਗਰਦਨ ਸਟ੍ਰੇਟ ਰਵੇ। ਜੇ ਤੁਹਾਡੀ ਅੱਖ ਲੱਗਦੀ ਹੈ ਅਤੇ ਇੱਧਰ ਨਾ ਗਿਰ ਜੇ ਅਤੇ ਇੱਧਰ ਨਾ ਗਿਰ ਜੇ। ਸੋ ਇੱਕ ਸਪੋਰਟਿਵ ਮਈਅਰ ਹੈ। ਦੇਖੋ ਵੈਸੇ ਤਾਂ ਜਿਹੜਾ ਸਰੀਰ ਤੰਦਰੁਸਤ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ, ਪਰ ਜਿਹੜਾ ਸਰਵਾਈਕਲ ਹੋਇਆ ਪਿਆ ਜਿਹਨੂੰ ਪੇਨ ਹੈ ਉਹਨੂੰ ਸਪੋਰਟ ਚਾਹੀਦੀ ਹੈ, ਅਤੇ ਉਹ ਸਪੋਰਟ ਫਿਰ ਪਿੱਲੋ ਤੋਂ ਬੈਸਟ ਨਹੀਂ ਦੇ ਸਕਦਾ ਕੋਈ। ਇਸ ਤੋਂ ਇਲਾਵਾ ਲੋਕਾਂ ਦੀਆਂ ਹੋਰ ਵੀ ਬੜੀਆਂ ਸਮੱਸਿਆਵਾਂ ਨੇ, ਕਿਉਂਕਿ ਅੱਜ ਕੱਲ੍ਹ ਅਸੀਂ ਸਮਾਰਟ ਵਰਕ ਹੀ ਕਰਦੇ ਹਾਂ, ਹਾਰਡ ਵਰਕ ਦਾ ਜ਼ਮਾਨਾ ਹੁਣ ਲੱਗ ਗਿਆ ਕਹਿ ਸਕਦੇ ਹਾਂ। ਅਸੀਂ ਜ਼ਿਆਦਾ ਟਾਈਮ ਫੋਨ 'ਤੇ ਬਤੀਤ ਕਰਦੇ ਹਾਂ ਜਾਂ ਜ਼ਿਆਦਾ ਟਾਈਮ ਅਸੀਂ ਆਪਣੇ ਆਫਿਸ 'ਚ ਮਹਿਜ਼ ਬੈਠੇ ਰਹੇ ਅਤੇ ਬੈਠੇ ਹੋਂ ਅਤੇ ਫਿਰ ਕੁਰਸੀ ਦੇ ਪਿੱਛੇ ਵੀ ਆਪਾਂ ਚਾਹੁੰਦੇ ਹਾਂ ਵੀ ਆਪਣਾ ਪਿੱਲੋ ਹੋਵੇ। ਬਿਲਕੁਲ ਬਿਲਕੁਲ ਉਹੀ ਅਗੇਨ ਪਹਿਲੇ ਆਪਾਂ ਗਰਦਨ ਦੀ ਸਪੋਰਟ ਦੀ ਗੱਲ ਕਰ ਰਹੇ ਸੀ, ਹੁਣ ਆਪਾਂ ਬੈਕ ਦੀ ਸਪੋਰਟ ਦੀ ਗੱਲ ਕਰ ਰਹੇ ਹਾਂ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਐਸ ਸ਼ੇਪ ਹੈ, ਸੋ ਇੱਕ ਤਾਂ ਆਪਾਂ ਨੂੰ ਇੱਥੇ ਚਾਹੀਦੀ ਹੈ ਸਪੋਰਟ, ਇੱਕ ਬੈਕ 'ਤੇ ਚਾਹੀਦੀ ਹੈ। ਐਂਡ ਦਿਸ ਇਜ਼ ਦਾ ਮੋਸਟ ਮੂਵੇਬਲ ਪਾਰਟ। ਜਾਂ ਆਪਾਂ ਗਰਦਨ ਬਹੁਤ ਹਿਲਾਉਂਦੇ ਹਾਂ ਅਤੇ ਜਾਂ ਆਪਾਂ ਪਿੱਠ ਦਾ ਹਿੱਸਾ ਇਹ ਬਹੁਤ ਹਿਲਦਾ ਹੈ। ਜਿਹੜਾ ਵਿੱਚ ਵਾਲਾ ਹਿੱਸਾ ਹੈ ਉਹ ਰਿਬ ਕੇਜ ਕਰਕੇ ਉਹ ਮੂਵੇਬਲ ਨਹੀਂ ਹੈ, ਉਹ ਫਿਕਸਡ ਹੈ। ਸੋ ਜ਼ਿਆਦਾ ਡੈਮੇਜ ਜਾਂ ਗਰਦਨ 'ਤੇ ਹੈ, ਸਰਵਾਈਕਲ ਰੀਜਨ 'ਤੇ ਹੈ, ਜਾਂ ਬੈਕ 'ਤੇ ਹੈ, ਲੰਬਰ ਰੀਜਨ 'ਤੇ ਹੈ। ਸੋ ਉੱਥੇ ਵੀ ਆਪਾਂ ਨੂੰ ਸਪੋਰਟ ਚਾਹੀਦੀ ਹੈ। ਅਤੇ ਕਈ ਬੰਦੇ ਫੀਲ ਕਰਦੇ ਨੇ ਕਿ ਯਾਰ ਜਦੋਂ ਬੈਠਦੇ ਆ ਨਾ ਕੁਰਸੀ ਸੈੱਟ ਜੀ ਨਹੀਂ ਬੈਠ ਰਹੀ, ਅਤੇ ਉਹ ਫਿਰ ਉਹ ਛੋਟਾ ਜਿਹਾ ਕੋਈ ਕੁਸ਼ਨ ਆਪ ਹੀ ਚੱਕ ਕੇ ਸੋਫੇ ਤੋਂ ਪਿੱਛੇ ਫਸਾ ਲੈਂਦੇ ਨੇ ਅਤੇ ਸਾਨੂੰ ਕੰਫਰਟ ਹੋਣ ਦਾ ਅਹਿਸਾਸ ਉਹਦੇ 'ਚ ਫਿਰ ਕੰਫਰਟ ਜਾਂ ਫੀਲ ਹੁੰਦਾ। ਸੋ ਅਗੇਨ ਇਟਸ ਅ ਸਪੋਰਟਿਵ ਮਈਅਰ ਜਿਹੜਾ ਪੇਸ਼ੈਂਟ ਆਪ ਹੀ ਲੈ ਲੈਂਦਾ ਹੈ ਨਾ। ਹਾਂ, ਅਤੇ ਉਹਨੂੰ ਫਿਰ ਉਹ ਲੱਗਦਾ ਕਿ ਯਾਰ ਆਹ ਪਿੱਲੋ ਰੱਖ ਕੇ ਮੈਨੂੰ ਥੋੜ੍ਹਾ ਰਿਲੀਫ ਮਿਲ ਰਿਹਾ ਜਾਂ ਕੁਛ ਹੈ। ਸੋ ਪਿੱਲੋ ਮੈਂ ਤੁਹਾਨੂੰ ਦੱਸਿਆ ਕਿ ਬੜੇ ਸਪੋਰਟਿਵ ਰੋਲ ਹੈ, ਪ੍ਰੀਵੈਂਟਿਵ ਰੋਲ ਹੈ, ਤਾਂ ਹਰ ਥਾਂ 'ਤੇ ਯੂਜ਼ ਹੋ ਰਿਹਾ। ਇਸ ਤੋਂ ਇਲਾਵਾ ਹੁਣ ਆਪਾਂ ਟਰੈਵਲਿੰਗ 'ਚ ਜਿਵੇਂ ਆਪਾਂ ਡਰਾਈਵ ਕਰ ਰਹੇ ਹਾਂ ਅਤੇ ਕਾਰ ਦੇ ਵਿੱਚ ਆਪਾਂ ਜਦੋਂ ਬੈਠਦੇ ਹਾਂ ਤਾਂ ਉਹ ਕਾਰ ਦੀ ਸੀਟ ਨੂੰ ਵੀ ਹੋਰ ਕੰਫਰਟੇਬਲ ਕਰਨ ਲਈ ਉੱਥੇ ਵੀ ਆਪਾਂ ਪਿੱਲੋਜ਼ ਚਾਹੁੰਦੇ ਹਾਂ ਵੀ ਅਗਰ ਪਿੱਛੇ ਹੋਵੇ ਤੇ ਬੈਟਰ ਹੈ। ਬਿਲਕੁਲ ਬਿਲਕੁਲ। ਪਹਿਲੇ ਨਾ ਜੀ ਫੀਅਟ ਹੁੰਦੀ ਸੀ, ਉਹਦੀ ਸੀਟ ਨਾ ਐਲ ਸ਼ੇਪ ਹੁੰਦੀ ਸੀ। ਹੁਣ ਬੜੀ ਐਡਵਾਂਸਮੈਂਟ ਆ ਗਈ। ਹੁਣ ਤੁਸੀਂ ਦੇਖੋ ਕਿੰਨੀ ਕਾਰਾਂ ਦੀ ਜਿਹੜੀ ਡਰਾਈਵਰ ਸੀਟ ਹੈ ਉਹ ਉੱਚੀ ਨੀਵੀਂ ਹੋ ਜਾਂਦੀ ਹੈ, ਅੱਗੇ ਪਿੱਛੇ ਹੋ ਜਾਂਦੀ ਹੈ, ਇੰਕਲਾਈਨ ਰੀਕਲਾਈਨ ਹੋ ਜਾਂਦੀ ਹੈ ਨਾ। ਅਤੇ ਉਹਦੀ ਜਿਹੜੀ ਕਰਵੇਚਰ ਹੈ ਉਹ ਸਪਾਈਨ ਵਾਂਗ ਐਸ ਸ਼ੇਪ ਹੈ। ਉਹ ਇਸੀ ਲਈ ਹੈ ਤਾਂ ਕਿ ਤੁਹਾਨੂੰ ਐਕਸੈਸਿਵ ਸਪੋਰਟ ਲੈਣ ਦੀ ਲੋੜ ਨਾ ਪਵੇ, ਉਹੀ ਸਪੋਰਟ ਕਰ ਦਿੰਦੀ ਹੈ। ਅਤੇ ਕਮਾਲ ਦੀ ਗੱਲ ਇਹ ਹੈ ਕਿ ਹੁਣ ਇੰਨੀ ਹੋਰ ਐਡਵਾਂਸਮੈਂਟ ਹੋ ਗਈ ਕਿ ਤੁਹਾਨੂੰ ਉਹ ਸੀਟ ਤੋਂ ਠੰਡਾ ਤੇ ਗਰਮ ਦਾ ਅਹਿਸਾਸ ਵੀ ਦੇ ਰਹੀ ਹੈ। ਉਹਦੇ ਵਿੱਚ ਉਹ ਇੱਕ ਬਲੋਰ ਜਿਹਾ ਲਾਤਾ, ਮਤਲਬ ਥੱਲੇ ਪਸੀਨਾ ਵੀ ਨਾ ਆਵੇ ਤੇ ਤੁਹਾਨੂੰ ਠੰਡਕ ਦੇ ਰਹੀ ਹੈ ਉਹ। ਬਿਲਕੁਲ। ਸੋ ਇਹ ਸਾਰੀ ਐਡਵਾਂਸਮੈਂਟ ਹੈ ਜੀ। ਆਪਾਂ ਲਗਜ਼ਰੀ ਲਾਈਫ ਜੀ ਰਹੇ ਹਾਂ, ਜਿੰਨੀ ਲਗਜ਼ਰੀ ਇੰਜੋਏ ਕਰ ਰਹੇ ਹਾਂ ਉਨੀ ਪ੍ਰੋਬਲਮਸ ਵੀ ਕਈ ਵਾਰ ਵੱਧ ਰਹੀਆਂ। ਬਿਲਕੁਲ। ਹੁਣ ਅਸੀਂ ਇੱਕ ਡਾਕਟਰ ਨਾਲ ਗੱਲ ਕਰ ਰਹੇ ਹਾਂ ਅਤੇ ਹੁਣ ਆਪਾਂ ਸਿੱਧਾ ਬਿਮਾਰੀਆਂ 'ਤੇ ਆਈਏ। ਕਿਸ ਕਿਸਮ ਦੀਆਂ ਡਿਜ਼ੀਜ਼ਿਜ਼ ਜਿਹੜੀਆਂ ਨੇ ਉਹਨਾਂ ਨੂੰ ਪਿੱਲੋ ਕਿਉਰ ਵੀ ਕਰ ਦਿੰਦੇ ਆ, ਅਤੇ ਕਿਸ ਕਿਸ ਤਰ੍ਹਾਂ ਦੀਆਂ ਡਿਜ਼ੀਜ਼ਿਜ਼ ਵਿੱਚ ਆਪਾਂ ਪਿੱਲੋ ਰਿਕਮੈਂਡ ਕਰਦੇ ਹਾਂ? ਕਿਉਰ ਤਾਂ ਦੇਖੋ ਜੀ ਰੱਬ ਹੀ ਕਰਦਾ, ਅਸੀਂ ਤਾਂ ਕੇਅਰ ਕਰ ਰਹੇ ਹਾਂ, ਠੀਕ ਹੈ, ਤਾਂ ਕਿ ਉਹ ਡਿਜ਼ੀਜ਼ ਅੱਗੇ ਵਧੇ ਨਾ। ਜਿਵੇਂ ਕਿ ਮੈਂ ਕਿਹਾ ਪ੍ਰੀਵੈਂਟਿਵ ਅਤੇ ਸਪੋਰਟਿਵ ਹੈ। ਸੋ ਇੱਕ ਹੋਰ ਮੈਨੂੰ ਧਿਆਨ 'ਚ ਆਇਆ ਕਿ ਗਲੂਕੋਮਾ 'ਚ ਜਿਹਨੂੰ ਆਪਾਂ ਮੋਤੀਆ ਕਹਿ ਦਿੰਦੇ ਹਾਂ ਹੈ ਨਾ, ਤਾਂ ਇੰਟਰਾ ਓਕੂਲਰ ਪ੍ਰੈਸ਼ਰ ਵੱਧ ਜਾਂਦਾ। ਉਹ ਕੀ ਹੁੰਦਾ ਹੈ ਕਿ ਉਹਦੇ ਨਾਲ ਤੁਹਾਡੀ ਜਿਹੜੀ ਡਾਇਬਟਿਕ ਪੇਸ਼ੈਂਟਸ ਹੈ ਕਈ ਵਾਰ ਉਹ ਬਲੱਡ ਵੈਸਲਸ ਡੈਮੇਜ ਹੋ ਜਾਂਦੀਆਂ ਨੇ, ਲੀਕੇਜ ਹੋ ਜਾਂਦੀ ਹੈ। ਸੋ ਉਸ ਕੇਸ 'ਚ ਅਗਰ ਹੈਡ ਐਂਡ ਉੱਚਾ ਰੱਖਿਆ ਜਾਵੇ ਤਾਂ ਉਹ ਕਿਤੇ ਨਾ ਕਿਤੇ ਕੁਛ ਪ੍ਰੈਸ਼ਰ, ਜੋ ਇੱਕ ਰੀਸੈਂਟ ਸਟੱਡੀ ਪੜ੍ਹ ਰਿਹਾ ਸੀ ਉਹਦੇ 'ਚ ਦੱਸ ਰਹੇ ਸੀ ਕਿ 1.5 mm ਆਫ ਮਰਕਰੀ ਪ੍ਰੈਸ਼ਰ ਰਿਡਿਊਸ ਹੋ ਜਾਂਦਾ ਵਿਦਆਊਟ ਐਨੀ ਮੈਡੀਸਨ ਐਂਡ ਆਲ। ਸੋ ਅਗਰ ਇੱਕ ਛੋਟਾ ਜਿਹਾ ਸਟੈਪ ਲੈ ਲਈਏ, ਆਪਾਂ ਸਰਾਣਾ ਦੇ ਦਈਏ ਉੱਚਾ ਉਹਨੂੰ ਥੋੜ੍ਹੇ ਤਰੀਕੇ ਸਿਰ ਕਿ ਉਹਦੀ ਗਰਦਨ 'ਤੇ ਇੰਪੈਕਟ ਵੀ ਨਾ ਪਵੇ ਅਤੇ ਉਹਦਾ ਪ੍ਰੈਸ਼ਰ ਘੱਟ ਜੇ, ਅਤੇ ਇਹ ਕਿਤੇ ਨਾ ਕਿਤੇ ਉਹਦੀ ਕੇਅਰ ਵੀ ਹੋ ਜਾਂਦੀ ਹੈ ਅਤੇ ਉਹ ਦਵਾਈਆਂ ਤੋਂ ਵੀ ਕਿਤੇ ਨਾ ਕਿਤੇ ਉਹਨੂੰ ਥੋੜ੍ਹਾ ਜਿਹਾ ਬਚਾਅ ਹੋ ਜਾਂਦਾ। ਪਰ ਮੈਂ ਇਹਦੇ 'ਚ ਹੀ ਕਹਾਂਗਾ ਕਿ ਵਿਦ ਦਾ ਪਰਮਿਸ਼ਨ, ਵਿਦ ਦਾ ਕੰਸਲਟੇਸ਼ਨ ਆਫ ਏ ਆਈ ਸਰਜਨ ਕਿ ਉਹ ਕੀ ਕਹਿ ਰਿਹਾ, ਪਰ ਕਿਤੇ ਨਾ ਕਿਤੇ ਪਿੱਲੋ ਹੈਲਪਫੁਲ ਹੈ ਜੀ। ਉਮਰ ਦੇ ਹਿਸਾਬ ਨਾਲ, ਜਿਵੇਂ ਆਪਾਂ ਬੱਚਿਆਂ ਦੀ, ਜਵਾਨੀ ਦੀ, ਬੁਢਾਪੇ ਦੀ ਗੱਲ ਕੀਤੀ, ਤਾਂ ਉਮਰ ਦੇ ਹਿਸਾਬ ਨਾਲ ਸਾਨੂੰ ਖੁਦ ਬ ਖੁਦ ਆਪਣਾ ਪਿੱਲੋ ਦਾ ਸਾਈਜ਼ ਵਧਾ ਘਟਾ ਲੈਣਾ ਚਾਹੀਦਾ? ਥੋੜ੍ਹਾ ਜਿਹਾ ਫਰਕ ਤਾਂ ਪੈਂਦਾ ਹੈ ਜੀ। ਦੇਖੋ ਤੁਹਾਡੀ ਬਾਡੀ ਦਾ ਵੇਟ
ਤੁਹਾਡਾ ਬਾਡੀ ਦਾ ਗਰਥ, ਤੁਹਾਡਾ ਕਿੰਨੀ ਚੌੜਾਈ ਹੋ ਗਈ ਹੈ ਨਾ, ਉਸ ਹਿਸਾਬ ਨਾਲ। ਵੈਸੇ ਤਾਂ ਪਿੱਲੋ ਸਟੈਂਡਰਡ ਸਾਈਜ਼ ਆਉਂਦੇ ਆ 20x20, 20x26, 20x36, ਠੀਕ ਹੈ ਜੀ। ਉਹਨੂੰ ਸਟੈਂਡਰਡ ਸਾਈਜ਼, ਕੁਈਨ ਸਾਈਜ਼, ਕਿੰਗ ਸਾਈਜ਼ ਕਹਿ ਦਿੰਦੇ ਨੇ। ਅਤੇ ਉਹ ਸਾਈਜ਼ ਉਨਾ ਹੀ ਰਹਿੰਦਾ। ਉਹਦੀ ਜਿਹੜੀ ਹਾਈਟ ਹੈ ਉਹ ਤੁਹਾਨੂੰ ਆਪਣੀ ਲੋੜ ਦੇ ਮੁਤਾਬਿਕ ਉਹ ਘੱਟ ਵੱਧ ਕਰਨੀ ਪਏਗੀ। ਉਹ ਕੋਈ ਫਿਕਸ ਨਹੀਂ ਹੁੰਦਾ। ਉਹਦੇ 'ਚ ਇੱਕ ਤਾਂ ਤੁਹਾਡੀ ਨੈਕ ਦੀ ਮੇਜਰਮੈਂਟ ਲਿੱਤੀ ਜਾਏਗੀ ਕੰਨ ਤੋਂ ਮੋਢੇ 'ਚ, ਇੱਕ ਪਿੱਛੇ ਪੁਆਇੰਟ ਹੁੰਦਾ, ਉਹਦੇ 'ਚ ਨੈਕ ਦੀ ਹਾਈਟ ਦੇਖੀ ਜਾਂਦੀ ਹੈ, ਉਹਦੇ ਅਕੋਰਡਿੰਗ ਉਹ ਡਿਜ਼ਾਈਨ ਹੋ ਜਾਂਦਾ। ਸੋ ਇਹ ਤੁਸੀਂ 2-3 ਸਾਲ ਬਾਅਦ, 4 ਸਾਲ ਬਾਅਦ ਉਹ ਤੁਹਾਨੂੰ ਤੁਸੀਂ ਪਿੱਲੋ ਚੇਂਜ ਕਰ ਲਓ, ਕਿਉਂਕਿ ਉਹ ਚੇਂਜ ਹੋ ਜਾਂਦਾ, ਉਹਦੇ ਜਿਹੜਾ ਮਟੀਰੀਅਲ ਆ ਉਹ ਦੱਬ ਜਾਂਦਾ। ਸੋ ਉਹ ਤੁਹਾਨੂੰ ਕਰਨਾ ਪਏਗਾ। ਠੀਕ ਹੈ ਡਾਕਟਰ ਸਾਹਿਬ, ਗੱਲਬਾਤ ਹੋਈ ਬਹੁਤ ਸਾਰੀ, ਮਜ਼ਾ ਵੀ ਆਇਆ ਤੁਹਾਡੇ ਨਾਲ ਗੱਲ ਕਰਕੇ। ਯਕੀਨਨ ਦਰਸ਼ਕਾਂ ਨੂੰ ਨਵੀਂ ਚੀਜ਼ ਸੁਣਨ ਨੂੰ ਮਿਲੀ ਹੋਏਗੀ। ਤੁਹਾਡੀ ਬਹੁਤ ਆਲਾ ਰਿਸਰਚ ਹੈ ਇਸ 'ਤੇ। ਹੁਣ ਜਾਂਦੇ ਜਾਂਦੇ ਕੀ ਕਹੋਗੇ ਵੀ ਹੁਣ ਜਿੰਨੀ ਕੁ ਟੈਕਨੋਲੋਜੀ ਨੇ ਐਡਵਾਂਸਮੈਂਟ ਹੋ ਗਈ ਹੈ ਟੈਕਨੋਲੋਜੀ ਦੀ, ਤਾਂ ਕੁਛ ਇੱਦਾਂ ਦੇ ਵੀ ਪਿੱਲੋ ਹੋਣਗੇ ਵੀ ਤੁਹਾਨੂੰ ਖੁਸ਼ਬੂ ਵੀ ਆਇਆ ਕਰੇ, ਜਿਵੇਂ ਹਰਬਲ ਪਿੱਲੋਜ਼ ਅੱਗੇ ਤੋਂ? ਤੁਸੀਂ ਬੜਾ ਵਧੀਆ ਆਈਡੀਆ ਦਿੱਤਾ। ਯੈਸ, ਦੇਖੋ ਕਈਆਂ ਨੂੰ ਨਾ ਅਲਰਜੀ ਹੈ ਕਿਸੇ ਚੀਜ਼ਾਂ ਤੋਂ, ਅਤੇ ਉਹ ਫਿਰ ਸਪੈਸ਼ਲ ਪਿੱਲੋਜ਼ ਆਉਣਗੇ ਕਿ ਐਂਟੀ ਅਲਰਜਿਕ ਪਿੱਲੋਜ਼, ਹੈ ਨਾ। ਮਾਰਕੀਟਿੰਗ ਕਰਨੀ ਹੈ, ਕੋਈ ਨਾ ਕੋਈ ਤਰੀਕਾ ਕੱਢ ਲੈਣਗੇ। ਜਿਵੇਂ ਕਈ ਕੰਪਨੀਜ਼ ਕੱਢਦੀਆਂ ਸਰਵਾਈਕਲ ਪਿੱਲੋ, ਹੈ ਨਾ। ਉਹ ਮਕਸਦ ਇਹੀ ਹੈ ਕਿ ਬੰਦੇ ਨੈਕ ਤੋਂ ਪਰੇਸ਼ਾਨ ਹੈ ਅਤੇ ਸਰਵਾਈਕਲ ਪਿੱਲੋ ਮੀਨਸ ਕਿ ਕਿੱਥੇ ਹੈਲਪ ਹੋ ਜਾਏਗੀ, ਅਤੇ ਉਹ ਬੰਦਾ ਖਿੱਚਿਆ ਚਲਿਆ ਜਾਂਦਾ। ਸੋ ਬੜੇ ਪਿੱਲੋਜ਼ ਆ ਰਹੇ ਨੇ, ਵਾਟਰ ਪਿੱਲੋ ਆ ਰਹੇ ਹੈ, ਜੈਲ ਪਿੱਲੋਜ਼ ਆ ਰਹੇ ਨੇ, ਹੈ ਨਾ। ਸੋ ਇੱਦਾਂ ਦੇ ਬੜੇ ਪਿੱਲੋਜ਼ ਆ ਰਹੇ ਨੇ। ਤੁਹਾਡੇ ਵਾਟਰ ਪਿੱਲੋ ਔਰ ਜੈਲ ਪਿੱਲੋ ਤੋਂ ਮੈਨੂੰ ਯਾਦ ਆਇਆ ਵੀ ਫੈਸ਼ਨ TV ਵਾਲਿਆਂ ਨੇ ਨਾ ਇੱਕ ਫੈਸ਼ਨ ਵਾਟਰ ਚਲਾਤਾ ਸੀ ਵੀ ਜਿਹੜਾ ਸਾਡੇ ਇਵੈਂਟ 'ਚ ਆਊਗਾ ਵੀ ਉਹਦੇ ਹੱਥ 'ਚ ਫੈਸ਼ਨ ਵਾਟਰ ਦੀ ਬੋਟਲ ਹੋਣੀ ਚਾਹੀਦੀ ਹੈ, ਵੀ ਉਹ ਮੋਸਟ ਐਕਸਪੈਂਸਿਵ ਵਾਟਰ ਹੈ। ਵੀ ਆਮ ਪਾਣੀ ਤਾਂ ਉਹੀ ਹੈ ਨਾ, ਹੁਣ ਪਾਣੀ ਦੇ ਵਿੱਚ ਕੋਈ ਫਰਕ ਨਹੀਂ, ਖਾਲੀ ਤੁਹਾਡੀ ਬੋਟਲ 'ਤੇ ਇੱਕ ਜਿਹੜਾ ਇੱਕ ਸਟਿੱਕਰ ਲੱਗਿਆ ਹੋਇਆ, ਦੈਟ ਮੀਨਟ ਅ ਲੋਟ। ਸੋ ਮੇਨ ਮੈਂ ਇਹੀ ਕਹੂੰਗਾ ਐਂਡ 'ਚ ਕਿ ਪਿੱਲੋ ਇਜ਼ ਏ ਪ੍ਰੀਵੈਂਟਿਵ ਐਂਡ ਸਪੋਰਟਿਵ। ਜਿੰਨਾ ਇਹ ਸਪੋਰਟਿਵ ਹੋਊਗਾ, ਜਿੰਨਾ ਇਹ ਇੱਕ ਆਮ ਇਨਸਾਨ ਨੂੰ ਸੁੱਖ ਦੇਊਗਾ, ਉਹਨੇ ਉਹਨੂੰ ਛੱਡਣਾ ਹੀ ਨਹੀਂ, ਉਹਨੇ ਉਹੀ ਰੱਖਣਾ। ਕਈ ਬੰਦੇ ਪਰਟੀਕੂਲਰ ਹੁੰਦੇ ਨੇ ਕਿ ਜਿੱਥੇ ਜਾਂਦੇ ਆ ਨਾ ਆਪਣਾ ਸਰਾਣਾ ਨਾਲ ਲੈ ਜਾਂਦੇ ਆ, ਕਿਉਂਕਿ ਕਿੱਥੇ ਉਹ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਆਪਣੇ ਸਰਾਣੇ ਬਿਨਾਂ। ਸੋ ਇਹ ਉਹੀ ਕਹਿ ਰਹੇ ਆ ਕਿ ਕਿਉਂਕਿ ਉਹ ਹੈਲਪ ਕਰਦਾ ਪੇਨ ਰਿਲੀਫ ਕਰਨ 'ਚ। ਸੋ ਇਹ ਜ਼ਰੂਰੀ ਹੈ ਕਿ ਤੁਹਾਨੂੰ ਪਿੱਲੋ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਹੈ, ਅਤੇ ਤੁਸੀਂ ਅੱਜ ਮੇਰਾ ਬੜਾ ਵੱਡਾ ਸਾਥ ਦਿੱਤਾ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਦਾ। ਜੀ, ਆਪਾਂ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਸਰਾਣਾ ਕਿਵੇਂ ਕੰਮ ਕਰਦਾ ਹੈ ਜਾਂ ਹੋਰ ਵੀ ਇਸ ਤਰ੍ਹਾਂ ਦੀ ਬੜੀਆਂ ਚੀਜ਼ਾਂ ਲੋਕਾਂ ਅੱਗੇ ਨਵੀਆਂ ਚੀਜ਼ਾਂ ਲੈ ਕੇ ਆਵਾਂਗੇ। ਬਹੁਤ ਬਹੁਤ ਧੰਨਵਾਦ ਇਸ ਸਟੂਡੀਓ 'ਚ ਆਏ, ਸਾਡੇ ਨਾਲ ਗੱਲਬਾਤ ਕੀਤੀ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੇਖਦੇ ਰਹੋ ਦਾਨ ਮਿਊਟ।